ਸਰਬ ਕਲਾ ਸਮਰੱਥ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਜਹਰਾ ਜਹੂਰ ਅਤੇ ਹਾਜ਼ਰਾ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਰਾਤਰੀ ਦੇ ਇਸ ਸਮਾਗਮ ਵਿੱਚ ਗੁਰੂ ਕੀ ਗੋਦ ਵਿੱਚ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਮੂਹ ਗੁਰਸਿੱਖ ਸੰਗਤਾਂ, ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਸ਼ਹੀਦੀ ਪੁਰਬ ਨੂੰ ਮਨਾ ਰਹੀਆਂ ਨੇ। ਗੁਰੂ ਕੇ ਕੀਰਤਨੀਆਂ ਨੇ ਗੁਰੂ ਕੀ ਬਾਣੀ ਦਾ ਪਾਵਨ ਮੁਖ ਵਾਕ ਆਪ ਜੀ ਨੂੰ ਸਰਵਣ ਕਰਾਇਆ ਹੈ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਅਸੀਂ ਜਦੋਂ ਵੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਸਰਬੱਤ ਗੁਰੂ ਸਾਹਿਬਾਨ ਜੀ ਨੂੰ ਯਾਦ ਕਰਨ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦੀ ਗੱਲ ਕਰਨ ਤੋਂ ਬਾਅਦ ਪੰਜਾਂ ਪਿਆਰਿਆਂ ਨੂੰ, ਚੌਂ ਸਾਹਿਬਜ਼ਾਦਿਆਂ ਨੂੰ, 40 ਮੁਕਤੀਆਂ, ਹੱਠੀਆਂ, ਤੱਪੀਆਂ, ਜੱਪੀਆਂ ਨੂੰ ਯਾਦ ਕਰਨ ਤੋਂ ਬਾਅਦ ਇੱਕ ਗੱਲ ਅਸੀਂ ਉਚੇਚੇ ਤੌਰ ਤੇ ਕਹਿੰਦੇ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਚਰਖੜੀਆਂ ਤੇ ਚੜੇ, ਬੰਦ ਬੰਦ ਕਟਵਾਏ, ਤਨ ਆਰਿਆਂ ਨਾਲ ਚਰਵਾਏ, ਅਖੀਰ ਤੇ ਕਹਿੰਦੇ ਤਿੰਨਾਂ ਸ਼ਹੀਦਾਂ ਮੁਰੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸ਼ਹੀਦਾਂ ਦੇ ਸਰਤਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਭਾਰਤ ਦੀ ਧਰਤੀ ਵਿੱਚ ਸ਼ਹੀਦ ਲਫ਼ਜ਼ ਨਹੀਂ ਹੈ। ਇੱਥੋਂ ਦੀ ਡਿਕਸ਼ਨਰੀ 'ਚ ਤੁਹਾਨੂੰ ਕਿਤੇ ਲਫ਼ਜ਼ ਨਹੀਂ ਮਿਲੇਗਾ। ਇੱਥੇ ਬਲੀ ਹੈ, ਕੁਰਬਾਨੀ ਹੈ, ਹੋਰ ਜੱਗ ਨੇ, ਤਪ ਨੇ, ਹੱਠ ਨੇ, ਬਹੁਤ ਕੁਝ ਹੈ। ਸ਼ਹੀਦ ਅਰਬੀ ਦਾ ਲਫ਼ਜ਼ ਹੈ। ਇਸਲਾਮ ਮਤ ਦੇ ਹਿੰਦੁਸਤਾਨ 'ਚ ਆਉਣ ਦੇ ਨਾਲ ਸ਼ਹੀਦ ਲਫ਼ਜ਼ ਇੱਥੇ ਆਇਆ ਹੈ। ਸ਼ਹੀਦ ਦਾ ਅਰਥ ਹੁੰਦਾ ਹੈ ਗਵਾਹੀ ਦੇਣ ਵਾਲਾ। ਸ਼ਹਾਦਤ ਦਾ ਅਰਥ ਹੁੰਦਾ ਹੈ ਗਵਾਹੀ। ਕੋਈ ਵਿਅਕਤੀ ਕਿਸੇ ਆਦਰਸ਼ ਦੀ ਖਾਤਰ, ਕਿਸੇ ਨਿਸ਼ਾਨੇ ਦੀ ਖਾਤਰ, ਇੱਥੋਂ ਤੱਕ ਕਿ ਮੇਰਾ ਸਿਰ ਲੱਗ ਜਾਏ, ਇਹ ਗੱਲ ਮੈਂ ਜੋ ਕਹਿੰਦਾ ਇਹ ਸੱਚ ਹੈ, ਆਪਣੇ ਆਪ ਨੂੰ ਕੁਰਬਾਨ ਕਰ ਦੇਵੇ, ਉਹਨੂੰ ਸ਼ਹੀਦ ਕਿਹਾ ਜਾਂਦਾ ਹੈ। ਸ਼ਹੀਦ ਕੇਵਲ ਮੌਤ ਨੂੰ ਨਹੀਂ ਕਿਹਾ ਜਾਂਦਾ, ਜਾਂ ਮਰਨ ਦੇ ਨਾਲ ਕੋਈ ਸ਼ਹੀਦ ਨਹੀਂ ਬਣਦਾ ਕਿ ਮਰ ਗਿਆ ਤੇ ਸ਼ਹੀਦ ਬਣ ਗਿਆ, ਕਿਸੇ ਨੂੰ ਗੋਲੀ ਮਾਰਤੀ ਸ਼ਹੀਦ ਬਣ ਗਿਆ। ਕੋਈ ਆਦਰਸ਼ ਮਨੁੱਖ ਨੂੰ ਸ਼ਹੀਦ ਬਣਾਉਂਦਾ ਹੈ। ਨਿਸ਼ਾਨਾ ਕੀ ਹੈ? ਸ਼ਹੀਦ ਦੇ ਅੱਗੇ ਬਚਣ ਦੇ ਬਹੁਤ ਰਸਤੇ ਹੁੰਦੇ ਨੇ। ਉਹਨੂੰ ਲਾਲਚ ਦਿੱਤੇ ਜਾਂਦੇ ਨੇ, ਉਹਨੂੰ ਅਨੇਕ ਤਰ੍ਹਾਂ ਦੀਆਂ ਰਾਜਗੱਦੀਆਂ ਦੇ ਲਾਲਚ ਦਿੱਤੇ ਜਾਂਦੇ ਨੇ, ਲੇਕਿਨ ਜੋ ਆਪਣੇ ਆਦਰਸ਼ ਨੂੰ ਤਿਆਗੇ ਨਾ, ਆਪਣੇ ਆਦਰਸ਼ ਦੀ ਖਾਤਰ ਇੱਕ ਇੱਕ ਮੈਂ ਆਪਣਾ ਸਿਰ ਵੀ ਦੇ ਰਿਹਾ, ਲੇਕਿਨ ਜੋ ਕਹਿ ਰਿਹਾ ਇਹ ਸੱਚ ਹੈ, ਉਹਨੂੰ ਸ਼ਹੀਦ ਕਿਹਾ ਜਾਂਦਾ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਪੜ੍ਹਦੇ ਹਾਂ। 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਦੀ ਧਰਤੀ ਤੇ ਆਪ ਜੀ ਪ੍ਰਗਟ ਹੋਏ ਸਨ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਮਾਤ ਭਾਨੀ ਜੀ ਦੀ ਕੁੱਖ ਤੋਂ ਆਪ ਜੀ ਨੂੰ ਇਸ ਸੰਸਾਰ 'ਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਪਹਿਲੇ 11 ਸਾਲ ਜ਼ਿੰਦਗੀ ਦੇ ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਹਜ਼ੂਰੀ 'ਚ ਬਤੀਤ ਕੀਤੇ। 1581 ਈਸਵੀ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜਦ ਜੋਤੀ ਜੋਤ ਸਮਾਉਣ ਲੱਗੇ, ਗੁਰਤਾ ਗੱਦੀ ਦੀ ਦਾਤ ਆਪਣੇ ਛੋਟੇ ਸੁਪੁੱਤਰ ਅਰਜਨ ਸਾਹਿਬ ਜੀ ਨੂੰ ਬਖਸ਼ ਗਏ। 1581 ਤੋਂ ਲੈ ਕੇ 1606 ਈਸਵੀ ਤੱਕ ਦਾ ਜੋ ਟਾਈਮ ਹੈ, ਇਹ 25 ਕੁ ਸਾਲ ਦਾ ਬਣਦਾ ਹੈ। ਇਹਨਾਂ 25 ਸਾਲਾਂ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੋ ਕਮਾਈ ਹੈ, ਜੋ ਘਾਲਣਾ ਹੈ, ਅਸੀਂ ਉਸ ਦਾ ਧਿਆਨ ਧਰ ਕੇ ਬੋਲਦੇ ਹਾਂ ਵਾਹਿਗੁਰੂ। ਉਹਨਾਂ ਦੀ ਕੀ ਘਾਲਣਾ ਹੈ, ਉਹਨਾਂ ਦੀ ਕਮਾਈ ਕੀ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਪੜ੍ਹੀਏ। ਉਹਨਾਂ ਦੀ ਜ਼ਿੰਦਗੀ ਦਾ ਇੱਕ ਇੱਕ ਛਿਨ, ਇੱਕ ਇੱਕ ਪਲ ਜਿਹੜਾ ਉਹ ਮਨੁੱਖਤਾ ਦੀ ਸੇਵਾ 'ਚ ਲੱਗੇ ਹੈ। ਉਹਨਾਂ ਦੇ ਜੀਵਨ ਇਤਿਹਾਸ 'ਚੋਂ ਜੋ ਸਾਨੂੰ ਮਹਾਨ ਮੁੱਖ ਗੱਲਾਂ ਪ੍ਰਾਪਤ ਹੁੰਦੀਆਂ ਨੇ, ਪਹਿਲੀ ਗੱਲ ਕਿ ਇਸ ਧਰਤੀ ਤੇ ਆਪਾਂ ਜਿਉਣਾ ਕਿਵੇਂ ਹੈ, ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ।
ਅਨੰਤ ਲੋਕੀ ਪੈਦਾ ਹੁੰਦੇ ਨੇ, ਤੁਰੇ ਜਾ ਰਹੇ ਨੇ, ਪਰ ਸਾਰਿਆਂ ਦੇ ਜੀਵਨ ਕੋ ਲੋਕਾਂ ਲਈ ਚਾਨਣ ਮਨਾਰਾ ਨਹੀਂ ਹੁੰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਮਨੁੱਖਤਾ ਲਈ ਚਾਨਣ ਮਨਾਰਾ ਹੈ ਕਿ ਜੇ ਜਿਉਣਾ ਹੈ ਤੇ ਕਿਵੇਂ ਜਿਉਣਾ ਹੈ, ਸਾਡੀ ਜ਼ਿੰਦਗੀ ਹੋਣੀ ਕਿਹੋ ਜਿਹੀ ਚਾਹੀਦੀ ਹੈ। ਆਪਣੇ ਲਈ ਤੇ ਸਾਰੀ ਦੁਨੀਆ ਜਿਉਂਦੀ ਹੈ, ਪਰਿਵਾਰ ਦੀ ਖਾਤਰ, ਆਪਣੇ ਮੁਲਕ ਦੀ ਖਾਤਰ ਵੀ ਬਹੁਤ ਲੋਕ ਜਿਉਂਦੇ ਨੇ, ਪਰ ਮਨੁੱਖਤਾ ਦੀ ਖਾਤਰ ਜਿਉਣਾ, ਦੂਜਿਆਂ ਦੀ ਖਾਤਰ ਜਿਉਣਾ, ਇਹ ਵਿਰਲਿਆਂ ਦੇ ਹਿੱਸੇ ਆਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਗੱਲ ਦੱਸ ਦਿੱਤੀ ਕਿ ਜੇ ਤੁਹਾਨੂੰ ਜਿਉਣਾ ਆ ਜਾਏ, ਜਿਉਣ ਦੀ ਕਲਾ ਆ ਜਾਏ, ਤੇ ਦੁਨੀਆ ਦੀ ਕੋਈ ਰੁਕਾਵਟ ਤੁਹਾਡੇ ਰਸਤੇ ਨੂੰ ਰੋਕ ਨਹੀਂ ਸਕਦੀ, ਦੁਨੀਆ ਦੀ ਕੋਈ ਹਕੂਮਤ ਤੁਹਾਨੂੰ ਝੁਕਾ ਨਹੀਂ ਸਕਦੀ। ਮਨੁੱਖ ਦੇ ਅੰਦਰ ਇੰਨੀ ਸਮਰੱਥਾ ਹੈ, ਇੰਨੀ ਪਾਵਰ ਹੈ ਕਿ ਕੋਈ ਉਸ ਨੂੰ ਬਾਹੂਬਲ ਜਾਂ ਕੋਈ ਫੌਜੀ ਬਲ ਉਸ ਨੂੰ ਝੁਕਾ ਨਹੀਂ ਸਕਦਾ, ਜੇਕਰ ਮਨੁੱਖ ਨੂੰ ਜਿਉਣ ਦੀ ਕਲਾ ਆ ਜਾਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਦੇਖੀਏ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕੋਮਲ ਹੁਨਰਾਂ ਦੇ ਵਿੱਚ ਚੰਗੇ ਮਾਹਿਰ ਸਨ। ਸਤਿਗੁਰੂ ਜੀ ਸੰਗੀਤ ਕਲਾ ਦੇ ਵਿੱਚ ਨਿਪੁੰਨ, ਸਤਿਗੁਰੂ ਜੀ ਕਾਵ ਕਲਾ ਦੇ ਵਿੱਚ ਨਿਪੁੰਨ, ਸਤਿਗੁਰੂ ਜੀ ਇਮਾਰਤ ਸਾਜੀ ਵਿੱਚ ਨਿਪੁੰਨ। ਇੱਕ ਮਿਸਟਰ ਰਾਬਰਟ ਹੋਇਆ ਬੜਾ ਤਗੜਾ ਵਿਦਵਾਨ, ਉਹ ਕਹਿੰਦਾ ਇੱਕ ਹੁੰਦਾ ਹੈ ਕਵਿਤਾ ਲਿਖਣੀ, ਇੱਕ ਹੁੰਦਾ ਹੈ ਕਵਿਤਾ ਗਾਉਣੀ, ਇੱਕ ਹੁੰਦਾ ਹੈ ਕਵਿਤਾ ਨੂੰ ਜਿਉਣਾ। ਇਹ ਤਿੰਨ ਗੱਲਾਂ ਨੇ। ਇੱਕ ਹੁੰਦਾ ਹੈ ਕਵਿਤਾ ਲਿਖਣੀ, ਇੱਕ ਹੁੰਦਾ ਹੈ ਕਵਿਤਾ ਗਾਉਣੀ, ਇੱਕ ਹੁੰਦਾ ਹੈ ਕਵਿਤਾ ਨੂੰ ਜਿਉਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿੰਨੇ ਗੱਲਾਂ ਕਰ ਵਿਖਾਈਆਂ। ਜੇ ਉਹਨਾਂ ਦੀ ਤੁਸੀਂ ਕਾਵ ਕਲਾ ਦੇਖਣੀ ਹੈ ਨਾ, ਉਹਨਾਂ ਦੀ ਪਵਿੱਤਰ ਬਾਣੀ ਪੜ੍ਹ ਕੇ ਦੇਖੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਕਰੀਬਨ 58 ਕੁ ਸੌ ਸ਼ਬਦ ਨੇ। ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ 2300 ਦੇ ਕਰੀਬ ਸ਼ਬਦ ਨੇ, 2300 ਦੇ ਕਰੀਬ, ਜਿਹਦਾ ਅਰਥ ਹੋਇਆ ਕਿ ਤਕਰੀਬਨ ਅੱਧੀ ਬਾਣੀ, ਅੱਧੀ ਦੇ ਨੇੜੇ ਤੇੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਹੈ। ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਜੋ ਮਿਆਰ ਹੈ, ਜਾਂ ਆਤਮਿਕ ਪੱਖ ਤੋਂ, ਰੂਹਾਨੀਅਤ ਦੇ ਪੱਖ ਤੋਂ ਜਿੰਨਾ ਉੱਚਾ ਪੱਧਰ ਹੈ, ਉਹ ਤੁਹਾਨੂੰ ਦੁਨੀਆ 'ਚ ਕਿਤੇ ਮਿਸਾਲ ਨਹੀਂ ਮਿਲੇਗੀ। ਉਹਨਾਂ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ, 12 ਮਾਹ ਦੀ ਬਾਣੀ, 52 ਅੱਖਰੀ ਦੀ ਬਾਣੀ, ਸਤਿਗੁਰੂ ਜੀ ਦੀਆਂ 6 ਵਾਰਾਂ ਨੇ, ਹੋਰ ਬਹੁਤ ਸਾਰੀਆਂ ਉਚੇਚੀਆਂ ਗਾਥਾ ਦੀ ਬਾਣੀ ਹੈ। ਸਤਿਗੁਰੂ ਜੀ ਦੇ ਫੋਨੇ ਦੇ ਸ਼ਲੋਕ ਨੇ, ਉਹਨਾਂ ਦੇ ਸਹਿਸਕ੍ਰਿਤੀ ਸ਼ਲੋਕ ਨੇ। ਤੁਸੀਂ ਉਹਨਾਂ ਦੀ ਕਾਵ ਕਲਾ ਨੂੰ ਦੇਖੋਗੇ, ਸਾਹਿਤਕ ਪੱਖ ਤੋਂ ਉਹਨਾਂ ਦੀ ਤੁਸੀਂ ਵਡਿਆਈ ਦੇਖੋਗੇ, ਸਿਰ ਝੁਕ ਜਾਏਗਾ। ਸਾਹਿਤ, ਜਿਹੜੇ ਲੋਕ ਸਾਹਿਤ ਨੂੰ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਹਿਤ ਕਿੰਨਾ ਮਹਾਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਤਕ ਪੱਖ ਤੋਂ ਏਡੀ ਵੱਡੀ ਦਾਤ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਨੇ ਗੱਲ ਦੱਸੀ ਕਿ ਜੇ ਜਿਉਣਾ ਹੈ, ਆਪਣੇ ਅੰਦਰ ਹੁਨਰ ਕਾਇਮ ਕਰੋ, ਆਪਣੇ ਅੰਦਰ ਇੱਕ ਕਲਾ ਕਾਇਮ ਕਰੋ। ਉਸ ਕਲਾ ਦੇ ਰਾਹੀਂ ਆਪਣੇ ਅੰਦਰ ਸਹਿਜ ਸਮਾਧੀ 'ਚ ਟਿਕ ਕੇ ਸਮੁੱਚੀ ਮਾਨਵਤਾ 'ਚੋਂ ਪਰਮਾਤਮਾ ਨੂੰ ਦੇਖਦਿਆਂ ਉਹਦੀ ਮੌਜ ਵਿੱਚ ਵਿਚਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਿੰਦਗੀ ਦੇ ਜਿਸ ਵੀ ਸਥਾਨ 'ਤੇ ਰਹੇ, ਉਹ ਸਹਿਜ ਸਮਾਧੀ 'ਚ ਰਹੇ, ਉਹ ਆਨੰਦ 'ਚ ਰਹੇ। ਉਹਨਾਂ ਨੇ ਹਰ ਥਾਂ 'ਤੇ ਰਹਿੰਦਿਆਂ ਉਸ ਰੱਬੀ ਜੋਤ ਦੇ ਦੀਦਾਰ ਕੀਤੇ। ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਪਛਾਣੀਐ, ਆਤਮ ਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਕਿ ਜੋ ਕੁਝ ਅਸੀਂ ਦੇਖਦੇ ਹਾਂ ਪ੍ਰਮਾਤਮਾ ਦਾ ਪਸਾਰਾ ਹੈ। ਸਭੇ ਘਟ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰਹੇ। ਜਿੱਥੇ ਆਪਣੇ ਅੰਦਰ ਉਹ ਸਹਿਜ ਆਨੰਦ ਵਿੱਚ ਲਿਵਲੀਨ ਨੇ, ਉਹ ਹਰ ਮਨੁੱਖ ਦੇ ਵਿੱਚੋਂ ਉਹਨਾਂ ਨੂੰ ਉਹ ਪ੍ਰਮਾਤਮਾ ਨਜ਼ਰ ਆਉਂਦਾ ਹੈ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਮੈਂ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਜੀ ਕਾਵ ਕਲਾ ਵਿੱਚ ਨਿਪੁੰਨ, ਉਹਨਾਂ ਦੀ ਪਾਵਨ ਪਵਿੱਤਰ ਬਾਣੀ ਪੜ੍ਹੋਗੇ, ਕਿਉਂਕਿ ਅਸੀਂ ਬਾਣੀ ਪੜ੍ਹਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਕਈ 31 ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਦੇ ਪਾਠ ਤੇ ਬਹੁਤ ਕਰਦੇ, ਬੜੀ ਚੰਗੀ ਗੱਲ ਹੈ। ਪਰ ਜਿਸ ਪੱਖ ਤੋਂ ਬਾਣੀ ਨੂੰ ਸਮਝਣਾ ਚਾਹੀਦਾ ਹੈ, ਜਾਣਨਾ ਚਾਹੀਦਾ ਹੈ, ਉਸ ਖਿਆਲ ਦੇ ਨਾਲ ਜਦੋਂ ਬਾਣੀ ਪੜ੍ਹਾਂਗੇ, ਸਤਿਗੁਰੂ ਜੀ ਦੀ ਬਾਣੀ ਦੀ ਜੋ ਉੱਚਤਾ ਹੈ, ਜੋ ਮਹਾਨਤਾ ਹੈ, ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਕਿੰਨੀ ਉੱਚੀਆਂ ਉਡਾਰੀਆਂ ਸਾਡੀ ਜ਼ਿੰਦਗੀ ਅੰਦਰ ਪੈਦਾ ਕਰਦੀ ਹੈ। ਸਤਿਗੁਰੂ ਜੀ ਦੀ ਦੂਸਰੀ ਮੁੱਖ ਜੋ ਕੋਮਲ ਕਲਾ ਹੈ, ਉਹ ਹੈ ਸੰਗੀਤ। ਸੰਗੀਤ ਦੇ ਪੱਖ ਤੋਂ ਤੁਸੀਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹੋਗੇ, 30 ਰਾਗਾਂ ਵਿੱਚ ਸਤਿਗੁਰੂ ਜੀ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗ ਨੇ,
30 ਰਾਗਾਂ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 30 ਰਾਗਾਂ ਵਿੱਚ ਕਈ ਕਿਸਮਾਂ ਨੇ ਰਾਗਾਂ ਦੀਆਂ, ਜਿਵੇਂ ਗੌੜੀ ਦੀਆਂ ਕਈ ਕਿਸਮਾਂ ਨੇ, ਗੌੜੀ ਗੁਆਰੇਰੀ ਹੈ, ਗੌੜੀ ਦੀਪਕੀ ਹੈ, ਗੌੜੀ ਪੂਰਬੀ ਹੈ, ਗੌੜੀ ਚੇਤੀ ਹੈ। ਇੱਕ ਇੱਕ ਰਾਗ ਦੀਆਂ ਅੱਗੇ ਕਈ ਕਿਸਮਾਂ ਨੇ। ਸੰਗੀਤਕ ਪੱਖ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿਰੰਦੇ ਦੀ ਕਾਢ ਉਹਨਾਂ ਨੇ ਕੱਢੀ। ਆਪ ਬੜੇ ਵੱਡੇ ਸੰਗੀਤਕਾਰ ਸਨ, ਆਪ ਬੜੇ ਵੱਡੇ ਉਹ ਕੀਰਤਨੀਏ ਸਨ। ਜਿੱਥੇ ਉਹ ਸਾਹਿਤਕਾਰ ਸਨ, ਸਾਹਿਤ ਦੀ ਪਰਖ ਉਹਨਾਂ ਨੂੰ ਆਉਂਦੀ ਸੀ ਕਿ ਸਾਹਿਤ ਕਿਹੜਾ ਹੈ ਜਿਹੜਾ ਮਨੁੱਖਤਾ ਦਾ ਉਧਾਰ ਕਰ ਸਕਦਾ ਹੈ। ਸਤਿਗੁਰੂ ਜੀ ਜਿੱਥੇ ਆਪ ਸੰਗੀਤਕਾਰ ਸਨ, ਸੰਗੀਤਕਾਰਾਂ ਦੇ ਉਹ ਕਦਰਦਾਨ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੋਮਲ ਕਲਾ ਦੇਖੋ, ਉਹ ਇਮਾਰਤ ਸਾਜੀ 'ਚ ਕਿੰਨੇ ਨਿਪੁੰਨ ਸਨ। ਬੜੀ ਵੱਡੀ ਉਦਾਹਰਣ ਸਾਡੇ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਜੀ ਡਰਾਇੰਗ ਉਹਨਾਂ ਦੇ ਜ਼ਿਹਨ 'ਚੋਂ ਉਦੋਂ ਨਿਕਲੀ ਹੈ। ਉਸ ਸਮੇਂ ਦੇ ਅੰਦਰ ਉਹਨਾਂ ਨੇ ਇੰਨੇ ਨਗਰ ਵਸਾਏ ਨੇ, ਇੰਨੇ ਸ਼ਹਿਰ ਵਸਾਏ ਨੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ ਕੋਮਲ, ਜਿਹਨੂੰ ਕਹਿੰਦੇ ਨੇ ਕਲਾ ਜਾਂ ਹੁਨਰ, ਜਿਹਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਅੰਦਰੋਂ ਚੰਗੀ ਤਰ੍ਹਾਂ ਤਰੋ ਤਾਜ਼ੇ ਕੀਤਾ ਹੋਇਆ ਸੀ। ਔਰ ਉਹਨਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਉਮੜ ਉਮੜ ਕੇ ਪੈਂਦਾ। ਜਿਵੇਂ ਇੱਕ ਬੱਚਾ ਨਹੀਂ, ਮਾਂ ਦੇ ਦੁੱਧ ਲਈ ਉਹ ਖਿੱਚ ਹੁੰਦੀ ਉਹਦੇ ਮਨ 'ਚ, ਇਵੇਂ ਉਸ ਪਰਮਾਤਮਾ ਦੇ ਦੀਦਾਰ ਕਰਨ ਦੀ ਖਿੱਚ ਉਹਨਾਂ ਦੇ ਅੰਦਰ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਦੱਸਦਾ ਹੈ ਕਿ ਤੁਸੀਂ ਜੇ ਜ਼ਿੰਦਗੀ ਮਿਲੀ ਇਸ ਜਗਤ ਵਿੱਚ ਜਿਉਣਾ ਹੈ, ਇਸ ਤਰੀਕੇ ਨਾਲ ਜੀਓ ਕਿ ਦੁਨੀਆ ਤੁਹਾਨੂੰ ਕਦੀ ਮਰਨ ਵੀ ਨਾ ਦੇ। ਹਰ ਮਨੁੱਖ ਦੇ ਮਨ ਅੰਦਰ ਇੱਕ ਭੁੱਖ ਹੈ, ਇੱਕ ਖਿੱਚ ਹੈ, ਹੋਣੀ ਚਾਹੀਦੀ ਹੈ, ਪਰਮਾਤਮਾ ਨੇ ਰੱਖੀ ਹੈ ਕਿ ਅਸੀਂ ਬਹੁਤ ਚਿਰ ਜੀਓਏ ਧਰਤੀ 'ਤੇ, ਅਸੀਂ ਲੰਮਾ ਚਿਰ ਸਦਾ ਹੀ ਜਿਉਂਦੇ ਰਹੀਏ। ਤੇ ਗੁਰੂ ਅਰਜਨ ਦੇਵ ਜੀ ਨੇ ਦੱਸ ਦਿੱਤਾ ਕਿ ਤੁਸੀਂ ਸਦਾ ਜਿਉਂਦੇ ਰਹਿ ਸਕਦੇ ਹੋ, ਤੁਹਾਨੂੰ ਕੋਈ ਮਾਰ ਨਹੀਂ ਸਕਦਾ। ਹਕੂਮਤਾਂ ਮਾਰਨੀਆਂ ਵੀ ਚਾਹੁਣ ਮਾਰ ਨਹੀਂ ਸਕਦਾ। ਤੁਸੀਂ ਸਦਾ ਜਿਉਂਦੇ ਤਾਂ ਰਹਿ ਸਕਦੇ ਹੋ ਜੇਕਰ ਤੁਸੀਂ ਦੂਜਿਆਂ ਲਈ ਜਿਓ, ਮਨੁੱਖਤਾ ਲਈ ਜਿਓ, ਲੋਕਾਂ ਦੇ ਦਿਲਾਂ 'ਤੇ ਰਾਜ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਲੋਕਾਂ ਦੇ ਦਿਲਾਂ ਦੇ ਬਾਦਸ਼ਾਹ ਸਨ, ਲੋਕਾਂ ਦੇ ਦਿਲਾਂ 'ਤੇ ਉਹਨਾਂ ਨੇ ਰਾਜ ਕੀਤਾ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਗੁਰਬਾਣੀ ਉਚਾਰਨ ਕੀਤੀ, ਗੁਰੂ ਅਰਜਨ ਦੇਵ ਜੀ ਨੇ ਜਿੱਥੇ ਗੁਰਬਾਣੀ ਦੀ ਸੰਪਾਦਨਾ ਕੀਤੀ, ਜਦੋਂ ਸੰਪਾਦਨ ਕਲਾ ਦਾ ਯੁੱਗ ਨਹੀਂ ਹੈ, ਉਸ ਸਮੇਂ ਦੇ ਅੰਦਰ ਦੁਨੀਆ ਦੇ ਸਭ ਤੋਂ ਮਹਾਨ ਵੱਡੇ ਧਰਮ ਗ੍ਰੰਥ ਦੀ ਸੰਪਾਦਨਾ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਇਹ ਇੱਕ ਐਗਜ਼ੈਂਪਲ ਹੈ, ਉਦਾਹਰਣ ਹੈ। ਔਰ ਇੱਥੇ ਬਸ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਮਨੁੱਖਤਾ ਦੇ ਉਧਾਰ ਦੇ ਲਈ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੁੱਚੀ ਮਾਨਵਤਾ ਦੇ ਸਾਹਮਣੇ ਇੱਕ ਮਾਡਲ ਰੱਖ ਦਿੱਤਾ, ਇੱਕ ਨਮੂਨਾ ਰੱਖ ਦਿੱਤਾ ਕਿ ਮਨੁੱਖੀ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਾਨੂੰ ਇਸ ਧਰਤੀ 'ਤੇ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਉਹ ਮਾਡਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਕਿ ਉੱਥੇ ਹੀ ਇੱਕ ਜੋੜੇ ਗੰਢਣ ਵਾਲਾ ਬੈਠਾ ਹੋਏ, ਉੱਥੇ ਬ੍ਰਾਹਮਣ ਨੂੰ ਥਾਂ ਮਿਲੇ, ਉੱਥੇ ਰਾਜੇ ਨੂੰ ਥਾਂ ਮਿਲੇ, ਉੱਥੇ ਹਾਲ ਵਾਹੁਣ ਵਾਲੇ ਨੂੰ ਥਾਂ ਮਿਲੇ, ਉੱਥੇ ਹੀ ਨਾਈ ਬੈਠਾ ਹੋਏ, ਉੱਥੇ ਸ਼ੀਂਬਾ ਬੈਠਾ ਹੋਏ, ਉੱਥੇ ਮੁਸਲਮਾਨ ਬੈਠਾ ਹੋਏ, ਉੱਥੇ ਹਿੰਦੂ ਬੈਠਾ ਹੋਏ। ਗੁਰਮਤਿ ਦਾ ਮੁੱਖ ਮਕਸਦ ਹੈ ਮਨੁੱਖੀ ਬਰਾਬਰਤਾ, ਮਨੁੱਖੀ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ, ਮਨੁੱਖੀ ਸਮਾਜ ਵਿੱਚ ਜਿਹੜੀਆਂ ਤਰੇੜਾਂ, ਜਿਹੜੀਆਂ ਦੀਵਾਰਾਂ, ਜਿਹੜੀਆਂ ਊਚ ਨੀਚ ਦੇ ਭੇਦਭਾਵ ਨੇ, ਇਹਨੂੰ ਖਤਮ ਕਰਕੇ ਮਨੁੱਖ ਦਾ ਮਨੁੱਖ ਦੇ ਨਾਲ ਪਿਆਰ ਬਣੇ। ਗੁਰੂ ਅਰਜਨ ਦੇਵ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਸਾਨੂੰ ਸੰਦੇਸ਼ ਇਹ ਦਿੰਦੀ ਹੈ ਕਿ ਮਨੁੱਖ ਦਾ ਮਨੁੱਖ ਨਾਲ ਕੀ ਰਿਸ਼ਤਾ ਹੈ, ਮਨੁੱਖ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਮਨੁੱਖ ਦਾ ਆਪਣੇ ਨਾਲ ਕੀ ਰਿਸ਼ਤਾ ਹੈ, ਆਪਣੇ ਨਾਲ ਕੀ ਸੰਬੰਧ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਜਾਂ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਸਾਨੂੰ ਜੀਵਨ ਜਾਚ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਮਹਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਦੁਨੀਆ ਦੇ ਸਾਹਮਣੇ ਇੱਕ ਮਾਡਲ ਰੱਖ ਦਿੱਤਾ, ਨਮੂਨਾ ਰੱਖ ਦਿੱਤਾ ਕਿ ਸਮਾਜ ਇਹੋ ਜਿਹਾ ਹੋਣਾ ਚਾਹੀਦਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਦੁਨੀਆ ਦੇ ਬੜੇ ਬੜੇ ਚਿੰਤਕ ਵਿਚਾਰਵਾਨ ਲੋਕ ਗੱਲ ਕਹਿੰਦੇ ਨੇ ਕਿ ਜਦੋਂ ਵੀ ਕਦੀ ਲੋਕਾਂ ਨੂੰ ਹੋਸ਼ ਆਏਗੀ, ਕਿਉਂਕਿ ਅੱਜ ਦੇ ਮਨੁੱਖ ਨੂੰ ਤੇ ਨਸ਼ਾ ਹੀ ਬੜਾ ਕਿ ਤਰੱਕੀ ਬੜੀ ਕਰ ਲਈ ਮੈਂ, ਤੇ 21ਵੀਂ ਸਦੀ 'ਚ ਪਹੁੰਚ ਗਏ ਹਾਂ। ਉਹ ਤਰੱਕੀ ਦੇਖ ਲਈ ਆਪਾਂ, ਕਿੰਨੀ ਕੁ ਤਰੱਕੀ ਕੀਤੀ ਮਨੁੱਖ ਨੇ। ਅਸੀਂ ਤਰੱਕੀ ਇਹ ਕਰ ਲਈ ਕਿ ਗਵਾਂਢੀ ਨੂੰ ਮਿਲ ਨਹੀਂ ਸਕਦਾ। ਅਸੀਂ ਤਰੱਕੀ ਇਹ ਕਰ ਲਈ ਕਿ ਰਿਸ਼ਤੇਦਾਰ ਰਿਸ਼ਤੇਦਾਰਾਂ ਦੇ ਦੁੱਖ 'ਚ ਵੀ ਸ਼ਰੀਕ ਨਹੀਂ ਹੋ ਸਕਦਾ। ਇਹ ਤਰੱਕੀ ਹੈ, ਇਹ ਕੋਈ ਤਰੱਕੀ ਨਹੀਂ ਹੈ। ਤਰੱਕੀ ਤੇ ਹੋਣੀ ਚਾਹੀਦੀ ਸੀ ਇੱਕ ਮਨੁੱਖ ਦੁਖੀ ਤੇ ਦੂਜਾ ਉਹਦੇ ਦੁੱਖ ਲਈ ਭੱਜਾ ਆਵੇ। ਉਸ ਪੱਖ ਤੋਂ ਅਸੀਂ ਪਛੜ ਗਏ, ਕੇਵਲ ਬਿਲਡਿੰਗਾਂ ਬਣਾਉਣੀਆਂ, ਜਹਾਜ਼ ਖਰੀਦਣੇ, ਟੈਂਕ ਖਰੀਦਣੇ, ਉਹ ਤਰੱਕੀ ਨਹੀਂ। ਤੇ ਮਨੁੱਖੀ ਸਮਾਜ ਦੀ ਤਬਾਹੀ ਦੇ ਸਾਧਨ ਮਨੁੱਖ ਨੇ ਬਣਾਏ ਹੋਏ ਨੇ। ਤਰੱਕੀ ਕੀ ਹੋਣੀ ਚਾਹੀਦੀ ਹੈ ਕਿ ਮਨੁੱਖ ਦੀ ਮਨੁੱਖ ਦੇ ਨਾਲ ਸਾਂਝ ਹੋਏ, ਸਾਡੀ ਭਾਈਚਾਰਕ ਸਾਂਝ ਏਡੀ ਕੁ ਵੱਡੀ ਹੋਏ, ਮਨੁੱਖ ਨੂੰ ਮਨੁੱਖ ਦੇ ਵਿੱਚੋਂ ਪ੍ਰਮਾਤਮਾ ਨਜ਼ਰ ਆਏ।
ਹਰ ਮਨੁੱਖ ਨੂੰ ਮਨੁੱਖ ਦੀ ਸੇਵਾ ਕਰਦੇ ਮਹਿਸੂਸ ਹੋਏ ਕਿ ਮੈਂ ਪ੍ਰਮਾਤਮਾ ਦੀ ਸੇਵਾ ਕਰ ਰਿਹਾ। ਇਹ ਤਰੱਕੀ ਸੀ। ਪਰ ਉਸ ਪੱਖ ਤੋਂ ਮਨੁੱਖ ਪਛੜ ਗਿਆ। ਗੁਰੂ ਸਾਹਿਬ ਜੀ ਨੇ ਇਹ ਸੰਦੇਸ਼ ਦਿੱਤਾ ਕਿ ਸਾਡੀ ਭਾਈਚਾਰਕ ਜਾਂ ਸਾਡੀ ਸਮਾਜਿਕ ਸਾਂਝ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਜਿਹਨੂੰ ਕੋਈ ਤੋੜ ਨਾ ਸਕੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਤੁਸੀਂ ਜੇ ਸਦਾ ਇਸ ਧਰਤੀ ਤੇ ਜਿਉਂਦੇ ਰਹਿਣਾ ਤੇ ਫਿਰ ਆਪਣੇ ਹੱਥੀਂ ਮਨੁੱਖਤਾ ਦੀ ਸੇਵਾ ਕਰੋ। ਗੁਰੂ ਅਰਜਨ ਦੇਵ ਜੀ ਦੀ ਜੀਵਨ ਦਾ ਗੁਰਿਆਈ ਦਾ ਸਮਾਂ 25 ਕੁ ਸਾਲ ਹੈ। ਤਕਰੀਬਨ 2300 ਦੇ ਕਰੀਬ ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਨੇ। ਉਹ ਕੋ ਆਮ ਨਹੀਂ, ਸਾਹਿਤਕ ਪੱਖ ਤੋਂ, ਵੰਨਗੀ ਦੇ ਪੱਖ ਤੋਂ ਬਹੁਤ ਉੱਚੇ ਮਿਆਰ ਦੀ ਪਵਿੱਤਰ ਬਾਣੀ ਹੈ। ਰੂਹਾਨੀਅਤ ਦੇ ਪੱਖ ਤੋਂ ਵੀ ਉਵੇਂ, ਸਮਾਜਿਕ ਪੱਖ ਤੋਂ ਵੀ, ਹਰ ਪੱਖ ਤੋਂ ਵੀ। ਇਹਦਾ ਮਤਲਬ ਹੋਇਆ ਕਿ ਸਤਿਗੁਰੂ ਜੀ ਤਕਰੀਬਨ ਸਾਲ 'ਚ 100 ਸ਼ਬਦ ਉਚਾਰਨ ਕਰਦੇ ਸਨ। ਉਹ ਸ਼ਬਦ ਫਿਰ ਰਾਗਾਂ 'ਚ ਲੈਅਬੱਧ ਕਰਨੇ, ਤਾਲ ਦੇ ਵਿੱਚ ਲਿਆਉਣੇ, ਇਹ ਬੜੀ ਵੱਡੀ ਇੱਕ ਜ਼ਿੰਮੇਵਾਰੀ ਸੀ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸੰਪਾਦਨਾ, ਸ੍ਰੀ ਹਰਿਮੰਦਰ ਸਾਹਿਬ ਜੀ ਵਰਗੇ ਕਾਰਜ, ਤਰਨ ਤਾਰਨ ਵਸਾਉਣਾ, ਕਰਤਾਰਪੁਰ ਵਸਾਉਣਾ ਔਰ ਮਨੁੱਖੀ ਸਮਾਜ ਦੀ ਉਸਾਰੀ ਲਈ ਕਿੱਡੇ ਵੱਡੇ ਕਾਰਜ ਕੀਤੇ ਨੇ। ਇੱਥੇ ਬਸ ਨਹੀਂ ਹੈ, ਜਦ ਵੀ ਮਨੁੱਖਤਾ ਦੇ ਉੱਪਰ ਕੋਈ ਔਖਾ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁੱਖਤਾ ਨਾਲ ਕਿੰਨਾ ਪਿਆਰ ਕਰਦੇ ਸਨ, ਮਨੁੱਖ ਦੇ ਨਾਲ ਕਿੰਨਾ ਪਿਆਰ ਕਰਦੇ ਸਨ। ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਗੱਲ ਕਰਦੇ ਹਾਂ, ਹੋਰ ਵੀ ਬਹੁਤ ਲੋਕ ਨੇ ਧਾਰਮਿਕ ਹੋਣ ਵਾਲੇ, ਭਾਈ ਸਤਿਕਾਰਯੋਗ ਨੇ, ਔਰ ਧਰਮਾਂ ਦੇ ਨਾਂ 'ਤੇ ਹਰ ਕੋਈ ਆਪਣੇ ਆਪ ਨੂੰ ਵੱਡਾ ਖਵਾਉਣਾ ਚਾਹੁੰਦਾ ਹੈ। ਪਰ ਵੱਡਾ ਤਾਂ ਇਸ ਪੱਖ ਤੋਂ ਦੇਖਿਆ ਜਾਏਗਾ ਕਿ ਉਸ ਵਿਅਕਤੀ ਨੇ ਮਨੁੱਖਤਾ ਲਈ ਕੀ ਕੀਤਾ, ਸਮਾਜ ਲਈ ਕੀ ਕੀਤਾ, ਇਸ ਧਰਤੀ ਨੂੰ ਆਬਾਦ ਕਰਨ ਲਈ ਕੀ ਕੀਤਾ, ਇਸ ਸਮਾਜ ਨੂੰ ਉੱਚੀਆਂ ਉਠਾਉਣ ਲਈ, ਸਮਾਜ 'ਚੋਂ ਬੁਰਾਈਆਂ ਨੂੰ ਦੂਰ ਕਰਨ ਲਈ ਕੀ ਕੀਤਾ। ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜ੍ਹੋ, ਜਿੱਥੇ ਗੁਰਬਾਣੀ ਰਾਹੀਂ ਉਹਨਾਂ ਨੇ ਸਾਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਦ੍ਰਿੜ ਕਰਾਇਆ ਕਿ ਸਾਡੇ ਜੀਵਨ 'ਚ ਕਿਹੋ ਜਿਹੀ ਜੀਵਨ ਜਾਚ ਹੋਣੀ ਚਾਹੀਦੀ ਹੈ। ਪਰ ਕਬਰ ਨ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਔਰ ਗੁਰਬਾਣੀ 'ਚ ਤੁਸੀਂ ਪੜ੍ਹੋ, ਬੁਰਾਈਆਂ ਤੋਂ ਸਾਨੂੰ ਬਚਣ ਦੀ ਵਾਰ-ਵਾਰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਮਾਜ ਦੇ ਉਧਾਰ ਦੇ ਲਈ, ਆਰਥਿਕ ਪੱਖ ਤੋਂ ਉੱਚੀਆਂ ਉਠਾਉਣ ਦੇ ਲਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖੋ ਕਿਤੇ ਖੂਹ ਲਵਾਏ, ਕਿਤੇ ਬਾਗ ਲਵਾਏ, ਕਿਤੇ ਸਰਾਵਾਂ ਬਣਾਈਆਂ, ਕਿਤੇ ਨਗਰ ਬਣਾਏ। ਇੱਥੇ ਬਸ ਨਹੀਂ, ਜੇ ਲੋਕਾਂ ਦੀ ਬਿਪਤਾ ਹੁੰਦੀ ਹੈ, ਆ ਪਿਛਲਾ 1.5 ਸਾਲ ਦਾ ਸਮਾਂ ਜੋ ਸਮੁੱਚੀ ਦੁਨੀਆ ਦੇ ਲੋਕ ਭੁਗਤ ਰਹੇ ਨੇ, ਆਪਾਂ ਦੇਖਦੇ ਹਾਂ ਵੱਡੇ ਵੱਡੇ ਮੱਥੇ ਟਿਕਾਉਣ ਵਾਲੇ ਧਾਰਮਿਕ ਲੋਕ ਨਜ਼ਰ ਹੀ ਨਹੀਂ ਆਉਂਦੇ, ਮਿਲਦੇ ਹੀ ਨਹੀਂ ਲੋਕਾਂ ਨੂੰ। ਜਿਨ੍ਹਾਂ ਦੇ ਦੁਆਲੇ ਭੀੜਾਂ ਲੱਗੀਆਂ ਰਹਿੰਦੀਆਂ ਸਨ ਹਰ ਵੇਲੇ, ਉਹ ਹੁਣ ਲੋਕਾਂ ਨੂੰ ਮਿਲਣ ਤੋਂ ਦੂਰ ਜਾਂਦੇ ਨੇ। ਨੇੜੇ ਹੀ ਨਾ ਲੱਗੋ ਸਾਡੇ, ਤੁਸੀਂ ਲੁੱਕ ਕੇ ਬੈਠ ਕੇ ਕਿਤੇ, ਭਾਵੇਂ ਉਹ ਰਾਜਨੀਤਿਕ ਲੋਕ ਨੇ, ਭਾਵੇਂ ਉਹ ਧਾਰਮਿਕ ਲੋਕ ਨੇ, ਉਹ ਲੱਭਦੇ ਨਹੀਂ ਹੈ। ਹੁਣ ਇਹਨਾਂ ਲੋਕਾਂ ਨੂੰ ਮੱਥੇ ਅਸੀਂ ਕੱਢ ਲਈ ਟੇਕਦੇ ਹਾਂ, ਇਸ ਲਈ ਨਾ ਕਿ ਕਿਤੇ ਸਾਡੇ ਔਖੇ ਕੰਮ ਆਉਣਗੇ। ਸਾਨੂੰ ਇਹ ਲਾਰੇ ਲਾਉਂਦੇ ਜੀ ਤੁਹਾਨੂੰ ਅਗਲੀ ਦੁਨੀਆ 'ਚ ਕੰਮ ਆਵਾਂਗੇ, ਅਗਲੀ ਦੁਨੀਆ ਲਈ ਅਰਦਾਸ ਕਰਾਂਗੇ, ਅਗਲੀ ਦੁਨੀਆ ਤੇ ਫੇਰ ਦੇਖਣੀ। ਜੇ ਇਸ ਦੁਨੀਆ 'ਚ ਕੰਮ ਨਾ ਆਏ ਤੇ ਅਗਲੀ ਦੁਨੀਆ 'ਚ ਆਪਾਂ ਕੀ ਕਰਨਾ? ਬਿਪਤਾ ਇਸ ਦੁਨੀਆ 'ਚ ਆਈ ਇਸ ਵੇਲੇ। ਕਿੰਨੇ ਕੁ ਉਹ ਧਾਰਮਿਕ ਲੋਕ ਜਿਹੜੇ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਬਾਂਹ ਫੜੀ ਹੋਏ ਕਿ ਆਓ ਅਸੀਂ ਤੁਹਾਡਾ ਆਸਰਾ ਬਣਦੇ, ਕਿੰਨੇ ਕੁ ਨੇ ਤੁਸੀਂ ਦੇਖੋ। ਜਾਂ ਕਿੰਨੇ ਕੁ ਰਾਜਨੀਤਿਕ ਲੋਕ ਨੇ ਜਿਹੜੇ ਮਨੁੱਖਤਾ ਦੀ ਬਾਂਹ ਫੜਨ ਕੇ ਸੌਖੇ ਸਮੇਂ ਤੇ ਅਸੀਂ ਤੁਹਾਡੇ ਨਾਲ ਹਾਂ, ਉਹ ਤੇ ਮਿਲਣ ਤੋਂ ਵੀ ਕੰਨੀ ਕਤਰਾਉਂਦੇ ਨੇ। ਧਾਰਮਿਕ ਉਹ ਹੈ ਜਾਂ ਮਹਾਨ ਉਹ ਹੈ ਜਿਹੜਾ ਔਖੇ ਵੇਲੇ ਮਨੁੱਖਤਾ ਦੀ ਬਾਂਹ ਫੜਦਾ ਹੈ, ਸਮਾਜ ਦੀ ਬਾਂਹ ਫੜਦਾ ਹੈ। ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜ੍ਹੋ, ਮਹਾਮਾਰੀ ਉਦੋਂ ਵੀ ਆਈ ਸਤਿਗੁਰੂ ਜੀ ਦੇ ਵੇਲੇ। ਪੰਜਾਬ ਦੀ ਧਰਤੀ ਤੇ ਬੜਾ ਤਗੜੀ ਚੇਚਕ ਦੀ ਬਿਮਾਰੀ, ਛੂਤ ਦਾ ਰੋਗ ਪਸਰ ਗਿਆ, ਕਾਲ ਵੀ ਪੈ ਗਿਆ ਪੰਜਾਬ ਦੀ ਧਰਤੀ ਤੇ। ਉਸ ਵੇਲੇ ਕੋਈ ਰਾਜਨੀਤਿਕ ਨਹੀਂ ਬੌੜਿਆ, ਹਕੂਮਤ ਨੇ ਥੋੜ੍ਹੀ ਜਿਹੀ ਮਦਦ ਕੀਤੀ। ਉਸ ਵੇਲੇ ਕੋਈ ਧਾਰਮਿਕ ਜਿਹੜੇ ਵੱਡੇ ਵੱਡੇ ਡੇਰੇਦਾਰ ਉਹ ਵੀ ਨਹੀਂ ਬੌੜੇ, ਗੱਦੀਦਾਰ ਨਹੀਂ ਬੌੜੇ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਾਬ ਦੀ ਧਰਤੀ 'ਤੇ ਇਕੱਲੇ ਆਪਣੇ ਸਿੱਖਾਂ ਨੂੰ ਲੈ ਕੇ ਵਿਚਰਦੇ ਰਹੇ। ਥਾਂ ਥਾਂ 'ਤੇ ਲੰਗਰ ਲਵਾਏ, ਥਾਂ ਥਾਂ 'ਤੇ ਦਵਾਈਆਂ ਦਾ ਪ੍ਰਬੰਧ ਕੀਤਾ, ਹਸਪਤਾਲ ਖੋਲ੍ਹੇ। ਤਰਨਤਾਰਨ ਕੋੜੀਆਂ ਲਈ ਸਤਿਗੁਰੂ ਜੀ ਨੇ ਹਸਪਤਾਲ ਖੋਲ੍ਹਿਆ। ਇੰਨੀ ਇਹ ਮਹਾਮਾਰੀ ਸੀ, ਲਾਹੌਰ ਦੀਆਂ ਗਲੀਆਂ ਮੁਰਦਿਆਂ ਨਾਲ ਭਰ ਗਈਆਂ ਸਨ। ਸਤਿਗੁਰੂ ਜੀ ਆਪਣੇ ਹੱਥੀਂ ਦਵਾਈਆਂ ਦਿੰਦੇ, ਉਹਨਾਂ ਦੀ ਸੰਭਾਲ ਕਰਦੇ ਨੇ। ਇਹਨੂੰ ਕਿਹਾ ਜਾਂਦਾ ਹੈ ਮਨੁੱਖਤਾ ਦੇ ਦਰਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਔਰ ਸਤਿਗੁਰੂ ਜੀ ਨੇ ਮਨੁੱਖਤਾ ਦੀ ਉਸ ਵੇਲੇ ਔਖੇ ਵੇਲੇ ਬਾਂਹ ਫੜੀ, ਲੋਕਾਂ ਦੇ ਦੁੱਖਾਂ ਨੂੰ ਆਪਣੇ ਦੁੱਖ ਜਾਣਿਆ, ਪਰਿਵਾਰ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਰਹੇ। ਇਹ ਹੈ ਸਤਿਗੁਰੂ ਜੀ ਦਾ ਜੀਵਨ ਕਿ ਜੇ ਜਿਉਣਾ ਲੋਕਾਂ ਲਈ ਜੀਓ, ਲੋਕਾਂ ਦੇ ਦਿਲਾਂ 'ਤੇ ਰਾਜ ਕਰੋ, ਦੁਨੀਆ ਤੁਹਾਨੂੰ ਸਦਾ ਹੀ ਜਿਉਂਦੇ ਕਰ ਦੇਵੇਗੀ, ਦੁਨੀਆ ਤੁਹਾਨੂੰ ਕਦੀ ਮਰ ਨਹੀਂ ਦੇਵੇਗੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਇਸ ਲਈ ਕੀਤਾ ਗਿਆ ਕਿ ਸਤਿਗੁਰੂ ਜੀ ਨੂੰ ਇਸ ਤਰੀਕੇ ਨਾਲ ਖਤਮ ਕਰੋ ਕਿ ਕੋਈ ਉਹਨਾਂ ਦੇ ਮਗਰ ਨਾ ਜਾਏ, ਕੋਈ ਉਹਨਾਂ ਦਾ ਫਾਲੋਅਰ ਨਾ ਰਹੇ, ਕੋਈ ਉਹਨਾਂ ਦੀ ਸਿੱਖੀ ਨੂੰ ਧਾਰਨ ਨਾ ਕਰੇ। ਕੀ ਹਕੂਮਤ ਇਸ ਗੱਲ ਵਿੱਚ ਕਾਮਯਾਬ ਹੋ ਗਈ?
ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਨੂੰ ਮਿਟਾਉਣ ਵਾਲੇ ਮਿਟ ਗਏ। ਅੱਜ ਕਿਤੇ ਚੰਦੂ ਦੀ ਜੋੜ ਮੇਲਾ ਨਹੀਂ ਲੱਗਦਾ, ਅੱਜ ਕਿਤੇ ਜਹਾਂਗੀਰ ਦੀ ਕੋਈ ਯਾਦ ਨਿਗਾਹ ਨਹੀਂ ਮਨਾਈ ਜਾਂਦੀ, ਹੋਰ ਕਿਸੇ ਦੀ ਨਹੀਂ ਮਨਾਈ ਜਾਂਦੀ। ਯਾਦਗਰ ਮਨਾਈ ਜਾਂਦੀ ਤੇ ਮਨਾਈ ਜਾਂਦੀ ਰਹੇਗੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਔਰ ਜਿੰਨਾ ਚਿਰ ਇਹ ਧਰਤੀ ਹੈ ਉਹਨਾਂ ਚਿਰ ਗੁਰੂ ਅਰਜਨ ਦੇਵ ਜੀ ਦੀ ਇਸ ਮਹਾਨ ਸ਼ਹਾਦਤ ਨੂੰ ਲੋਕੀ ਚੇਤੇ ਕਰਦੇ ਰਹਿਣਗੇ ਕਿ ਮਨੁੱਖਤਾ ਦੀ ਖਾਤਰ ਸਤਿਗੁਰੂ ਜੀ ਦੀ ਇਹ ਸ਼ਹਾਦਤ ਕੋ ਆਪਣੇ ਸਵਾਰਥ ਲਈ ਨਹੀਂ ਹੈ, ਆਪਣੇ ਪਰਿਵਾਰ ਲਈ ਨਹੀਂ ਹੈ, ਕਿਸੇ ਰਾਜ ਭਾਗ ਲਈ ਨਹੀਂ ਹੈ। ਸਤਿਗੁਰੂ ਜੀ ਦੀ ਇਹ ਜ਼ਿੰਦਗੀ ਕੇਵਲ ਮਨੁੱਖਤਾ ਦੀ ਖਾਤਰ ਸੀ। ਸੋ ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਜੀ ਦਾ ਜੀਵਨ ਸਾਨੂੰ ਦੱਸਦਾ ਕਿ ਜਿਉਣਾ ਕਿਵੇਂ ਹੈ। ਤੁਸੀਂ ਇਸ ਤਰੀਕੇ ਨਾਲ ਜੀਓ ਕਿ ਕੋਮਲ ਹੁਨਰਾਂ ਨੂੰ ਸਿੱਖ ਕੇ ਆਪਣੇ ਅੰਦਰ ਪ੍ਰਮਾਤਮਾ ਦਾ, ਮਨੁੱਖਤਾ ਦਾ ਪਿਆਰ ਪੈਦਾ ਕਰਕੇ ਲੋਕਾਂ ਦੇ ਦਿਲਾਂ ਦੇ ਰਾਜੇ ਬਣ ਜਾਓ। ਦੁਨੀਆ ਤੁਹਾਨੂੰ ਸਦਾ ਲਈ ਜਿਉਂਦੇ ਕਰ ਦੇਗੀ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਇੱਕ ਇੱਕ ਛਿਨ ਮਨੁੱਖਤਾ ਦੇ ਭਲੇ ਲਈ ਗੁਜ਼ਰਿਆ। ਸਭ ਕੁਝ ਕਰਦਿਆਂ ਨਿਰਮਾਣਤਾ ਇੰਨੀ ਹੈ, ਆਪਣੇ ਹੱਥੀਂ ਮਨੁੱਖਤਾ ਦੀ ਸੇਵਾ ਕਰਦੇ ਨੇ, ਮਨੁੱਖਤਾ ਦਾ ਸਤਿਕਾਰ ਕਿੰਨਾ ਕਰਦੇ ਨੇ। ਕਈ ਵਾਰ ਕੋਈ ਮਨੁੱਖ ਰੁਤਬੇ ਤੇ ਬੈਠ ਜਾਂਦਾ ਹੈ ਪਰ ਉਹ ਦੂਜੇ ਦਾ ਸਤਿਕਾਰ ਹੀ ਨਹੀਂ ਕਰਦਾ। ਆਪਾਂ ਦੇਖਦੇ ਬੋਲ ਚਾਲ ਹੀ ਬਦਲ ਜਾਂਦਾ ਉਹਨਾਂ ਦਾ, ਮਿਲਣ ਗਿਲਣ ਦੀ ਗੱਲ ਤਾਂ ਵੱਖਰੀ, ਬੋਲ ਚਾਲ ਹੀ ਬਦਲ ਜਾਂਦਾ ਉਹਨਾਂ ਦਾ। ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਪੜ੍ਹੋ। ਉਹ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਨੇ, ਲੱਖਾਂ ਲੋਕੀ ਉਹਨਾਂ ਨੂੰ ਨਤਮਸਤਕ ਹੁੰਦੇ ਨੇ। ਏਡੇ ਵੱਡੇ ਵਿਦਵਾਨ ਨੇ, ਏਡੇ ਵੱਡੇ ਕਵੀ ਨੇ, ਏਡੇ ਵੱਡੇ ਉਹ ਸੰਗੀਤਕਾਰ ਨੇ, ਲੇਕਿਨ ਇਹਦੇ ਬਾਵਜੂਦ ਉਹਨਾਂ ਦੀ ਨਿਮਰਤਾ ਕਿੰਨੀ ਹੈ ਮਨ ਦੇ ਅੰਦਰ, ਮਨੁੱਖਤਾ ਲਈ ਪਿਆਰ ਕਿੰਨਾ, ਸਤਿਕਾਰ ਕਿੰਨਾ। ਚੰਦੂ ਦੇ ਭੇਜੇ ਹੋਏ ਲਾਗੀ ਅੰਮ੍ਰਿਤਸਰ 'ਚ ਆਏ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਉਹਦੀ ਲੜਕੀ ਦਾ ਰਿਸ਼ਤਾ ਕਰ ਗਏ। ਚੰਦੂ ਨੂੰ ਪਤਾ ਲੱਗਾ, ਉਹ ਸੋਚਦਾ ਸੀ ਕਿ ਮੈਂ ਸ਼ਾਹੀ ਵਜ਼ੀਰ ਹਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਫਕੀਰ ਨੇ, ਉਹਨਾਂ ਦੇ ਘਰ ਮੇਰੀ ਲੜਕੀ ਜਾਏਗੀ। ਕਹਿਣ ਲੱਗਾ ਤੁਸੀਂ ਚੁਬਾਰੀ ਦੀ ਇੱਟ ਮੋਰੀ 'ਚ ਲਗਾਏ ਹੋ, ਭਾਵ ਕਿ ਉੱਚਾ ਸਮੇਂ ਤੁਸੀਂ ਨੀਵੇਂ ਥਾਂ ਰਿਸ਼ਤਾ ਕਰ ਰਹੇ ਹੋ। ਸਿੱਖ ਸੰਗਤਾਂ ਨੇ ਗੱਲ ਕੀ, ਸਤਿਗੁਰੂ ਜੀ ਇਹ ਹੰਕਾਰੀ ਦਾ ਰਿਸ਼ਤਾ ਨਾ ਲਿਓ, ਇਹ ਗੁਰੂ ਘਰ ਦੀ ਮਹਿਮਾ ਨੂੰ ਜਾਣਦਾ ਹੀ ਨਹੀਂ ਹੈ, ਇਹ ਗੁਰੂ ਘਰ ਦੀ ਵਡਿਆਈ ਨੂੰ ਸਮਝਦਾ ਹੀ ਨਹੀਂ, ਇਹਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦਾ ਸਤਿਕਾਰ ਇੰਨਾ ਕਾਇਮ ਰੱਖਿਆ, ਉਸ ਵੇਲੇ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿੱਥੇ ਆਪਣੇ ਜੀਵਨ ਭਰ ਸੰਗਤਾਂ ਦਾ ਸਤਿਕਾਰ ਕੀਤਾ, ਸਿੱਖਾਂ ਦਾ ਸਤਿਕਾਰ ਕੀਤਾ, ਨਿਮਰਤਾ 'ਚ ਰਹੇ, ਵਿਦਵਾਨ ਸਨ, ਗੁਣੀ ਸਨ, ਸੰਗੀਤਕਾਰ ਸਨ, ਉੱਥੇ ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਇਹ ਗੱਲ ਦੱਸਦੀ ਹੈ ਕਿ ਜੇ ਮੌਤ ਆ ਜੇ ਤੇ ਮਰਨਾ ਕਿਵੇਂ ਆ। ਮਰਨਾ ਤੇ ਸਾਰਿਆਂ ਨੇ, ਪਰ ਮਰਨਾ ਸਾਰਿਆਂ ਨੂੰ ਨਹੀਂ ਆਉਂਦਾ। ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਇਹ ਗੱਲ ਦੱਸਦੀ ਹੈ ਕਿ ਜ਼ਰੂਰੀ ਨਹੀਂ ਹੈ ਕੋਈ ਬਹੁਤ ਵੱਡੀਆਂ ਫੌਜਾਂ ਵਾਲਾ ਜਾਂ ਬਹੁਤ ਵੱਡੀ ਤਾਕਤ ਵਾਲਾ ਜਾਂ ਬਹੁਤ ਵੱਡੇ ਕੋਈ ਰਾਜ ਭਾਗ ਵਾਲਾ ਜਿਹੜਾ ਉਹ ਤੁਹਾਨੂੰ ਮਾਰ ਦੇਵੇਗਾ। ਭਾਵੇਂ ਤੁਸੀਂ ਨਿਹੱਥੇ ਹੋ, ਤੁਹਾਡੇ ਕੋਲ ਫੌਜ ਨਹੀਂ ਹੈ, ਤੁਸੀਂ ਇਕੱਲੇ ਹੋ ਜਾਂ ਤੁਸੀਂ ਸ਼ਸਤਰਹੀਣ ਹੋ, ਫਿਰ ਵੀ ਜੇਕਰ ਤੁਹਾਡੇ ਅੰਦਰ ਸਵੈਮਾਨ ਹੈ ਤੇ ਕੋਈ ਹਕੂਮਤ ਦੀ ਫੌਜ ਤੁਹਾਡੇ ਉਸ ਸਵੈਮਾਨ ਨੂੰ ਖਤਮ ਨਹੀਂ ਕਰ ਸਕਦੀ, ਤੁਸੀਂ ਉਹਨੂੰ ਮਖੌਲ ਕਰ ਸਕਦੇ ਹੋ ਆਖਰੀ ਸਮੇਂ ਤੱਕ। ਗੁਰੂ ਅਰਜਨ ਦੇਵ ਜੀ ਇਕੱਲੇ ਨੇ ਉਸ ਵੇਲੇ। ਇਤਿਹਾਸ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਦਾ ਮਨੁੱਖਤਾ ਦੇ ਨਾਲ ਇੰਨਾ ਪਿਆਰ, ਹਿੰਦੂ ਕੀ ਮੁਸਲਮਾਨ ਕੀ ਸਾਰੇ ਵਰਨਾਂ ਵਰਗਾਂ ਦੇ ਲੋਕ ਸਤਿਗੁਰੂ ਜੀ ਦੀ ਹਜ਼ੂਰੀ ਚਾਹੁੰਦੇ ਨੇ। ਹਕੂਮਤਾਂ ਨੂੰ ਇਹ ਗੱਲ ਤੇ ਚੰਗੀ ਨਹੀਂ ਲੱਗਦੀ ਕਿ ਕੋਈ ਬੰਦਾ ਲੋਕਾਂ 'ਚ ਇੰਨਾ ਹਰਮਨ ਪਿਆਰਾ ਕਿਉਂ ਬਣ ਜਾਏ। ਹਕੂਮਤਾਂ ਨੂੰ ਆਪਣੀਆਂ ਤਖਤਾਂ ਦਾ, ਤਾਜਾਂ ਦਾ ਖਤਰਾ ਸ਼ੁਰੂ ਹੋ ਜਾਂਦਾ ਜਦੋਂ ਇੱਕ ਥਾਂ ਤੇ ਦੁਨੀਆ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਹਕੂਮਤਾਂ ਦਾ ਇੱਕੋ ਇੱਕ ਫਾਰਮੂਲਾ ਡਿਵਾਈਡ ਐਂਡ ਰੂਲ। ਲੋਕਾਂ ਨੂੰ ਜਾਤ ਪਾਤ ਦੇ ਨਾਂ ਤੇ, ਲੋਕਾਂ ਨੂੰ ਧਰਮਾਂ ਦੇ ਨਾਂ ਤੇ, ਲੋਕਾਂ ਨੂੰ ਬਰਾਦਰੀਆਂ ਦੇ ਨਾਂ ਤੇ, ਲੋਕਾਂ ਨੂੰ ਦੇਸ਼ਾਂ ਦੇ ਨਾਂ ਤੇ ਲੜਾ ਲੜੂ ਕੇ ਆਪਣੀਆਂ ਰਾਜਬੱਦੀਆਂ ਕਾਇਮ ਰੱਖੋ। ਹਕੂਮਤ ਨੂੰ ਖਤਰਾ ਪੈ ਗਿਆ। ਜਹਾਂਗੀਰ ਦੀਆਂ ਲਿਖਤਾਂ ਇਹ ਗੱਲ ਦੱਸਦੀਆਂ ਨੇ ਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਬਹੁਤ ਸਾਰੇ ਹਿੰਦੂ, ਮੁਸਲਮਾਨ, ਗੋਇੰਦਵਾਲ ਦਰਿਆ ਬਿਆਸਾ ਦੇ ਕੰਢੇ ਤੇ ਆਇਆ ਕਰਦੇ ਸਨ। ਉਹ ਕਹਿੰਦਾ ਮੈਂ ਚਿਰਾਂ ਤੋਂ ਇਹ ਗੱਲ ਦੇਖ ਰਿਹਾ ਔਰ ਇਸ ਦੁਕਾਨ ਨੂੰ ਮੈਂ ਬੰਦ ਕਰਨਾ ਚਾਹੁੰਦਾ ਸਾਂ। ਇੱਥੇ ਬਸ ਨਹੀਂ, ਧਰਮ ਦੀ ਦੁਨੀਆ 'ਚ ਕੁਝ ਉਹ ਲੋਕ ਨੇ ਜਿਹੜੇ ਮਨੁੱਖਤਾ ਨੂੰ ਹਨੇਰੇ 'ਚ ਰੱਖ ਕੇ ਹੀ ਆਪਣੀਆਂ ਰਾਜ ਗੱਦੀਆਂ ਜਾਂ ਆਪਣੀਆਂ ਧਾਰਮਿਕ ਗੱਦੀਆਂ ਕਾਇਮ ਰੱਖਣਾ ਚਾਹੁੰਦੇ ਨੇ। ਇਹ ਗੱਲ ਚੇਤੇ ਰੱਖਣਾ, ਜਿੰਨਾ ਧਰਮ ਦੇ ਨਾਂ ਤੇ ਮਨੁੱਖ ਨੂੰ ਗੁੰਮਰਾਹ ਕੀਤਾ ਜਾ ਸਕਦਾ ਉਹਨਾਂ ਹੋਰ ਕਿਸੇ ਥਾਂ ਤੇ ਨਹੀਂ। ਤੇ ਮਨੁੱਖ ਗੁੰਮਰਾਹ ਹੁੰਦਾ ਧਰਮ ਦੇ ਨਾਂ ਤੇ, ਇਮੋਸ਼ਨਲ ਹੋ ਜਾਂਦਾ। ਉਹਨਾਂ ਲੋਕਾਂ ਨੂੰ ਵੀ ਇਹ ਗੱਲ ਚੰਗੀ ਨਾ ਲੱਗੀ ਕਿ ਏਡੀ ਵੱਡੀ ਜਾਗਰਤੀ, ਏਡੀ ਵੱਡੀ ਸੱਚ ਦੀ ਗੱਲ ਲੋਕਾਂ ਨੂੰ ਇਹ ਸਿਖਾਉਂਦੇ ਨੇ। ਉਹਨਾਂ ਲੋਕਾਂ ਨੇ ਸਤਿਗੁਰੂ ਜੀ ਦੇ ਵਿਰੁੱਧ ਲਗਾਤਾਰ ਗੋਂਦਾਂ ਗੁੰਦੀਆਂ, ਛੜਯੰਤਰ ਰਚੇ। ਜਹਾਂਗੀਰ ਦੇ ਕੰਨ ਉਹਨਾਂ ਲੋਕਾਂ ਨੇ ਭਰੇ। ਆਖਰ ਸਤਿਗੁਰੂ ਜੀ ਦੇ ਵਿਰੁੱਧ ਫਰਮਾਨ ਜਾਰੀ ਹੋ ਗਿਆ। 25 ਮਈ 1606 ਈਸਵੀ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਲਿਜਾਇਆ ਗਿਆ।
ਲਾਹੌਰ ਸਤਿਗੁਰੂ ਜੀ ਦੇ ਅੱਗੇ ਇੱਕ ਗੱਲ ਰੱਖੀ ਗਈ। ਪਹਿਲੀ ਚੰਦੂ ਨੇ ਕਿ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ। ਦੂਸਰੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੀ ਮਰਜ਼ੀ ਅਨੁਸਾਰ ਕੁਝ ਪਾ ਦਿਓ। ਤੀਸਰੀ ਗੱਲ ਇਹ ਹੈ ਕਿ ਮੁਸਲਮਾਨ ਬਣਨਾ ਪ੍ਰਵਾਨ ਕਰ ਲਓ, ਨਹੀਂ ਤੇ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ। ਮੌਤ ਦਾ ਡਰਾਵਾ ਦਿੱਤਾ ਗਿਆ। ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸਾਰੀ ਜ਼ਿੰਦਗੀ ਆਪਣੇ ਗੁਰਸਿੱਖਾਂ ਨੂੰ ਇੱਕ ਉਪਦੇਸ਼ ਦਿੰਦੇ ਰਹੇ ਕਿ ਮਾਰੇ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਹੀਂ ਆਤ। ਮਾਰਨ ਤੇ ਰੱਖਣ ਵਾਲਾ ਪ੍ਰਮਾਤਮਾ ਹੈ। ਮਨੁੱਖ ਤੁਹਾਨੂੰ ਮਾਰਨਾ ਚਾਹੁੰਦਾ, ਤੁਹਾਡੀ ਜਾਨ ਲੈਣਾ ਚਾਹੁੰਦਾ ਨਾ, ਤੇ ਜਾਨ ਤੇ ਤੁਹਾਡੀ ਹੈ ਹੀ ਨਹੀਂ, ਤੇ ਉਹ ਕਿਵੇਂ ਲੈ ਲੇਗਾ? ਕਦੀ ਕਿਸੇ ਦੀ ਜਾਨ ਕਿਸੇ ਦੇ ਹੱਥ 'ਚ ਆਈ ਹੈ? ਕਦੀ ਨਹੀਂ ਕਿਸੇ ਦੀ ਜਾਨ ਕੋ ਆਪਣੇ ਹੱਥ 'ਚ ਲੈ ਸਕਦਾ। ਜਾਨ ਤਾਂ ਸਾਡੀ ਵੀ ਨਹੀਂ। ਗੁਰੂ ਅਰਜਨ ਦੇਵ ਜੀ ਨੇ ਤੇ ਆਪਣੀ ਜਾਨ ਸਮਝੀ ਨਹੀਂ ਹੈ। ਇਸ ਕਰਕੇ ਹਕੂਮਤ ਉਹਨਾਂ ਦੀ ਜਾਨ ਹੀ ਲੈਣਾ ਚਾਹੁੰਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਡਰਾਉਣ ਦੇ ਲਈ, ਧਮਕਾਉਣ ਦੇ ਲਈ, ਆਪਣੀ ਈਨ ਮਨਾਉਣ ਦੇ ਲਈ, ਉਹਨਾਂ ਦੇ ਸਵੈਮਾਨ ਨੂੰ ਖਤਮ ਕਰਨ ਦੇ ਲਈ ਇਤਿਹਾਸ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿਖਰ ਦੁਪਹਿਰੇ ਨੰਗੇ ਪਿੰਡੇ ਖੜਾ ਕੀਤਾ ਗਿਆ। ਲਾਹੌਰ ਦੀ ਗਰਮੀ ਬੜੀ ਮਸ਼ਹੂਰ ਹੈ। ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ ਦਿੱਤਾ ਗਿਆ। ਸਾਡੀ ਈਨ ਮੰਨ ਲਓ, ਸਾਡਾ ਕਹਿਣਾ ਮੰਨ ਲਓ, ਤੇ ਅਸੀਂ ਤੁਹਾਨੂੰ ਛੱਡ ਦੇਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਪਰਮਾਤਮਾ ਦੇ ਭਰੋਸੇ ਤੇ ਰਹੇ। ਔਰ ਗੁਰੂ ਅਰਜਨ ਦੇਵ ਜੀ ਨੇ ਸਾਰੀ ਜ਼ਿੰਦਗੀ ਇੱਕੋ ਹੀ ਉਪਦੇਸ਼ ਆਪਣੇ ਸਿੱਖਾਂ ਨੂੰ ਦਿੱਤਾ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰ ਮੇ ਲਗਾਏ ਗੁਣੀ। ਗੁਰੂ ਅਰਜਨ ਦੇਵ ਜੀ ਨੂੰ ਪਹਿਲੇ ਦਿਨ ਭੁੱਖਣ ਭਾਣੇ ਧੁੱਪ 'ਚ ਖੜਾ ਕੀਤਾ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਸਿਦਕ ਵਿੱਚ ਅਡੋਲ ਰਹੇ। ਸਤਿਗੁਰੂ ਜੀ ਨੂੰ ਅਗਲੇ ਦਿਨ ਦੇਗ 'ਚ ਬਿਠਾਇਆ ਗਿਆ। ਦੇਗ ਵਿੱਚ ਪਾਣੀ ਪਾ ਕੇ ਵਿੱਚ ਸਤਿਗੁਰੂ ਜੀ ਨੂੰ ਬਿਠਾ ਕੇ ਤਾਂ ਅੱਗ ਬਾਲੀ ਗਈ। ਇਹ ਗੱਲਾਂ ਅੱਜ ਕਹਿਣੀਆਂ ਆਪਾਂ 2 ਮਿੰਟਾਂ 'ਚ ਕਰਕੇ ਅੱਗੇ ਚਲੇ ਜਾਂਦੇ ਹਾਂ। ਆਪਣੀ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਲਿਆਈਏ, ਉਹ ਸੀਨ ਲਿਆਈਏ ਕਿ ਇੱਕ ਜਿਉਂਦੇ ਜਾਗਦੇ ਪ੍ਰਾਣੀ ਨੂੰ ਦੇਗ 'ਚ ਪਾ ਕੇ ਆਲੂ ਵਾਂਗੂ ਉਬਾਲ ਦਿੱਤਾ ਜਾਏ। ਇਹ ਕੋਈ ਛੋਟੀ ਮੋਟੀ ਘਟਨਾ ਨਹੀਂ ਹੈ, ਇਹ ਕੋਈ ਛੋਟਾ ਜ਼ੁਲਮ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋ ਆਮ ਹਸਤੀ ਨਹੀਂ ਸਨ। ਸਤਿਗੁਰੂ ਜੀ ਪੰਜਵੇਂ ਸਤਿਗੁਰੂ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਲੱਖਾਂ ਲੋਕੀ ਆ ਕੇ ਨਤਮਸਤਕ ਹੁੰਦੇ ਸਨ। ਸਤਿਗੁਰੂ ਜੀ ਲੋਕਾਂ ਦੇ ਦਿਲਾਂ ਦੇ ਬਾਦਸ਼ਾਹ ਸਨ। ਸਾਈਂ ਮੀਆਂ ਮੀਰ ਵਰਗੇ ਸਤਿਗੁਰੂ ਜੀ ਤੋਂ ਕੁਰਬਾਨ ਜਾਂਦੇ ਸਨ। ਔਰ ਸਾਈਂ ਮੀਆਂ ਮਾਰੇ ਵਰਗਿਆਂ ਨੇ ਲਾਹੌਰ ਦੀਆਂ ਗਲੀਆਂ 'ਚ ਗਰੋਗੀਆਂ ਨੂੰ, ਦੁਖੀਆਂ ਨੂੰ, ਮੁਰਦਿਆਂ ਨੂੰ ਸੰਭਾਲਦਿਆਂ ਸਤਿਗੁਰੂ ਜੀ ਨੂੰ ਦੇਖਿਆ ਸੀ ਕਿ ਸਤਿਗੁਰੂ ਜੀ ਲੋਕਾਂ ਦੀ ਖਾਤਰ ਕਿੰਨੀ ਵੱਡੀ ਕੁਰਬਾਨੀ ਕਰ ਰਹੇ ਨੇ। ਉਹ ਕੀ ਕਾਰਨ ਹੈ ਕਿ ਲੋਕਾਂ ਦੇ ਦਿਲਾਂ ਦੇ ਬਾਦਸ਼ਾਹ, ਮਨੁੱਖਤਾ ਦੇ ਦੁੱਖ ਨੂੰ ਸਮਝਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਾ ਵੱਡਾ ਤਸੱਦਰ ਢਾਇਆ ਗਿਆ। ਉਹਦਾ ਇੱਕੋ ਇੱਕ ਕਾਰਨ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਅਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਅਰਥ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੂੰਜਦੀ ਹੈ, ਉਹਨਾਂ ਚਿਰ ਲੋਕਾਂ ਦਾ ਰੱਤ ਪੀਣ ਵਾਲੇ ਰਾਜੇ ਨੂੰ ਵੰਗਾਰਦੀ ਰਹੇਗੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਗੱਲ ਸੁਣਨੀ ਬੜੀ ਔਖੀ, ਅਸੀਂ ਕਹਿ ਤੇ ਦਿੰਦੇ ਹਾਂ। ਉਹਨਾਂ ਚਿਰ ਇਹ ਗੁਰਬਾਣੀ ਉਹਨਾਂ ਧਾਰਮਿਕ ਅਖੌਤੀ ਪਖੰਡੀਆਂ ਦੇ ਵਿਰੁੱਧ ਜਿਹੜੇ ਲੋਕਾਂ ਦਾ ਖੂਨ ਪੀ ਰਹੇ ਨੇ ਧਰਮ ਦੇ ਨਾਂ ਤੇ, ਇਹ ਗੱਲ ਕਹਿੰਦੀ ਰਹੇਗੀ ਕਿ ਕਾਦੀ ਕੂੜ ਬੋਲ ਮਲਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨ ਜਾਣੇ ਅੰਦ ਤੀਨੇ ਉਜਾੜੇ ਕਾ ਬੰਦ। ਇਹ ਧਾਰਮਿਕ ਲੋਕ ਹੀ ਮਨੁੱਖਤਾ ਦੇ ਉਜਾੜੇ ਦਾ ਕਾਰਨ ਨੇ, ਮਨੁੱਖੀ ਸਮਾਜ ਦੀ ਬਰਬਾਦੀ ਦਾ ਕਾਰਨ ਨੇ ਇਹ ਪਖੰਡੀ ਲੋਕ ਜਿਹੜੇ ਨੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਮੁੱਖ ਕਾਰਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਗੁਰੂ ਅਰਜਨ ਦੇਵ ਜੀ ਦੀ ਮੁੱਖ ਸ਼ਹਾਦਤ ਦਾ ਕਾਰਨ ਸੀ ਸਤਿਗੁਰੂ ਜੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ, ਲੋਕਾਂ ਦੇ ਹਰਮਨ ਪਿਆਰੇ ਸਨ। ਮਨੁੱਖਤਾ ਜਾਂ ਇਵੇਂ ਕਹਿ ਲਓ, ਰਾਜਨੀਤਿਕ ਲੋਕ ਕਦੀ ਨਹੀਂ ਚਾਹੁੰਦੇ ਕਿ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰੋ, ਤਾਂ ਲੋਕਾਂ ਦੇ ਵਿੱਚ ਆਪਸੀ ਪਿਆਰ ਦੀ ਗੱਲ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਗ 'ਚ ਉਬਾਲਿਆ ਗਿਆ, ਸਰੀਰ ਛਾਲਿਓ ਛਾਲੀ ਹੋ ਗਿਆ। ਸਤਿਗੁਰੂ ਜੀ ਆਪਣੀ ਸਿਦਕ ਤੇ ਕਾਇਮ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੀਸਰੇ ਦਿਨ ਉਹਨਾਂ ਦੇ ਉਹ ਛਾਲਿਆਂ ਵਾਲੇ ਸਰੀਰ ਦੇ ਉੱਪਰ ਗਰਮ ਗਰਮ ਰੇਤ ਪਾਈ ਗਈ ਤਾਂ ਕਿ ਉਹ ਜਿਹੜੇ ਜ਼ਖਮ ਨੇ ਉਹਨਾਂ ਤੇ ਰੇਤ ਲੱਗੇ ਤੇ ਹੋਰ ਦਰਦ ਹੋਵੇ। ਇਹ ਸਾਡੀ ਗੱਲ ਮੰਨ ਜਾਣ, ਇਹ ਸਾਡੀ ਈਨ ਮੰਨ ਜਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰੀਕੇ ਦੇ ਨਾਲ ਕਿਉਂ ਤਸੱਦਰ ਢਾਇਆ ਗਿਆ? ਕਿਉਂਕਿ ਚੰਗੇਜ਼ ਖਾਨ ਨੇ ਇੱਕ ਕਾਨੂੰਨ ਬਣਾਇਆ ਸੀ ਤਕਰੀਬਨ 12ਵੀਂ ਸਦੀ ਸ਼ਾਇਦ, ਕਿ ਕਿਸੇ ਵੀ ਧਾਰਮਿਕ ਮਨੁੱਖ ਨੂੰ, ਮਹਾਂਪੁਰਖ ਨੂੰ ਜੇ ਖਤਮ ਕਰਨਾ ਹੈ, ਇਸ ਤਰੀਕੇ ਨਾਲ ਖਤਮ ਕਰੋ ਕਿ ਉਹਦਾ ਖੂਨ ਜਿਹੜਾ ਹੈ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਕਿਉਂਕਿ ਲੋਕ ਸਮਝਦੇ ਨੇ ਜਿੱਥੇ ਕਿਸੇ ਮਹਾਂਪੁਰਖ ਦਾ ਖੂਨ ਡੁੱਲੇ ਤੇ ਉੱਥੋਂ ਹੋਰ ਉਹ ਜਿਹੇ ਲੋਕ ਪੈਦਾ ਹੋ ਜਾਂਦੇ ਨੇ। ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਸਤਿਗੁਰੂ ਜੀ ਨੂੰ ਦੇਗ 'ਚ ਉਬਾਲਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਰਮ ਗਰਮ ਰੇਤ ਪਾਈ ਗਈ ਤਾਂ ਕਿ ਉਹਨਾਂ ਦੇ ਜ਼ਖਮਾਂ ਨੂੰ ਹੋਰ ਦਰਦ ਹੋਵੇ, ਹੋਰ ਪੀੜਾ ਹੋਵੇ। ਉਹ ਸਾਡੀ ਗੱਲ ਮੰਨ ਜਾਣ।
पर सतगुरु जी एक वाहिगुरु जी के प्यार च सह समाज जुड़े रहे। भाई गुरदास जी ने गुरु की कीर्ति करदे बचन लिखे, रहिंदे गुर दरियाओ विच मीन कुलीन हेत निर्बाणी, दर्शन देख पतंग ज्यों ज्योति अंदर जोत समाणी, शब्द सुरतले मृग ज्यों। कहन लगे सतगुरु सच्चे पातशाह जी इस तरीके नाल रह रहे ने जिवें दरिया दे विच मच्छी नहीं लीन रहिंदी, इवें उन्हां दी सुरत परमात्मा च लिवलीन है। जिवें हिरण कंडे हेड़े दे नात ते मोहित हो जांदा है, इवें उन्हां दी सुरत परमात्मा दे प्यार च लिवलीन है। जिवें भंवरा फुੱਲ ते मोहित हो जांदा है, इवें उन्हां दी सुरत परमात्मा दे चरणां ते मोहित है। इत्थे ही बस नहीं गुरमुख सुखफल स्पिरम रस, सहज समाध साध संग जानी। सतगुरु सच्चे पातशाह जी ने साध संगत दे रही उस सहज समाधि नूं, उस अपनी ठंडी गुफा नूं जान लिया, जिथे तत्ती तवी ते बैठ के भी उस ठंड नूं ओ माणदे रहे। सतगुरु सच्चे पातशाह जी के उपर तत्ती रेत पाई गई कि शरीर के जख्म ने ये दुख महसूस करनगे, साडी गल मन जाणगे, पर सतगुरु जी अडोल रहे। अगले दिन सतगुरु सच्चे पातशाह जी नूं तत्ती तवी ते बिठाया गया, उन्हां दे शरीर नूं साड़ दिता गया, लेकिन सतगुरु जी अपनी सिदक विच अडोल रहे। मैं बेनती कर रहा सां कि शहीद का अर्थ केवल मौत नहीं है, शहीद अर्थ उहदा आदर्श है। शहीद के अगे बचन लिए बड़े साधन होंदे ने, रस्ते होंदे ने। सतगुरु जी नूं कहा गया कि आ गल मान लो, तुहानूं छड्ड देवांगे, आईन मान लो, लेकिन शहीद अपने आदर्श ते इत्थे तक कायम रहिंदा है कि मेरा शरीर लग जाए, जो कुछ मैं कहना ये सच है, मैं उस रस्ते तो पीछे हटण लई तैयार नहीं। आखिर सतगुरु सच्चे पातशाह जी का शरीर जदों सड़ के ना रहन जोग हो गया तो हुकूमत ने सतगुरु जी नूं दरिया विच रोड़ दिता। सतगुरु सच्चे पातशाह जी नूं जल प्रवाह कर दिता। अपने पाप नूं लुकाउण लई कहानियां बनाईयां गईयां कि गुरु अर्जन देव जी कहंदे सन असीं इशनान करना है, इशनान करनी गए तो नदी चों बाहर नहीं आए। इहदा मतलब उन्हां खुदकशी कर लई। सतगुरु सच्चे पातशाह जी अजिहे नहीं सन। सतगुरु जी नूं दरिया च इस करके रोड़ दिता गया कि साडे पाप दा हुण किसे नूं पता ना लग जाए। गुरु अर्जन देव जी महाराज की शहादत हो गई। हुकूमत सतगुरु जी नूं इस तरीके दे नाल शहीद करके चाहुंदी सी कि सतगुरु जी तो बाद इनकलाब बंद हो जाए। इन्ना तसद्दद इन्ना जुल्म ढाउण का मुख कारण ये सी कि दुनिया डर जाए, कोई इन्हां दे मार्ग ते ना चले। पर की हुकूमत उहदे विच सच हो गई? कि हुकूमत गुरु अर्जन देव जी महाराज नूं मार सकी जां उन्हां नूं खत्म कर सकी? गुरु अर्जन देव जी महाराज तो बाद गुरु के सिख सगों होर जोश विच आए। उन्हां दे अंदर संत सिपाहियां वाला जोश आ गया। गुरु अर्जन देव जी तो बाद शहीदां दीयां कतारां लगियां। विद्वान लिखते हैं कि शहीद का खून जिहड़ा है वो धर्म का बीज होंदा है। जिवें कोई मनुख बीमार हो जाए ना, उन्होंने असी खून चढ़ते हैं, ग्लूकोज दिंदे हैं, उन्होंने दवाइयां दिंदे हैं, उन्होंने मालिश करते हैं ताकि उहदियां नाड़ां विच मुड़ के खून की हरकत जागे, उहदा शरीर मुड़ के तंदुरुस्त हो जाए। जदों समाज रोगी हो जाता है, समाज भी रोगी हो जाता है। आपां देखते हैं समाज में कितनियां बुराइयां आ जांदियां ने। जदों समाज रोगी हो जाता है, शहीद अपना खून दे के इस समाज नूं फिर तंदुरुस्त करदा है। विद्वान का बचन जा डुलदा खून शहीदां दा, तकदीर बदलदी कौमां दी, रंबियां नाल खोपड़ लथ जे जां, तस्वीर बदलदी कौमां दी। गुरु अर्जन देव जी महाराज ने एक गल दस दी कि जे जिउणा इस तरीके नाल जियो कि दुनिया तुहानूं मरण ही ना देवे, इस तरीके नाल जियो कि लोकां दे दिलां ते राज करो। सतगुरु जी ने मनुखता की किन्नी सेवा की, किन्ने नगर वसाए, किड्डी वड्डी दात मनुखता नूं देती श्री गुरु ग्रंथ साहिब जी की संपादना दे विच। और गुरु ग्रंथ साहिब जी की पवित्र बाणी समुची मनुखता का उद्धार करने की खातर है। सतगुरु जी ने दस दिता कि जे तुसीं मरना भी है इस तरीके नाल मरो कि हुकूमत तुहानूं मार ही ना सके। जे तुहाडे अंदर आण अणख है, स्वैमान है, तो दुनिया की कोई हुकूमत, दुनिया की कोई ताकत, दुनिया की कोई फौज, दुनिया की कोई गोली तुहानूं चुका ही नहीं सकती। ये जाच सानू सतगुरु श्री गुरु अर्जन देव जी महाराज ने बख्शी। आओ आपां उस महान शहीदी याद में जुड़े हाँ जिन्हां ने अपनी सारी जिंदगी मनुखता की खातर लगा दी। उस महान शहीदी याद में जुड़े हाँ जिन्होंने शहीदों के सिरताज किया जाता है। उस महान शहीदी याद में जुड़े हाँ। एक बारी उस महान शहीदों के सिरताज सतगुरु जी की कमाई का ध्यान करके सारी आप बोलीए जी, सतनाम श्री वाहिगुरु, सतनाम श्री वाहिगुरु। शहादत एक बहुत वड्डा रुतबा है, हर मनुख के हिस्से नहीं आता। ये गल वखरी के रुतबा बहुत वड्डा है, साडे वो भागां च नहीं। पर आप सतगुरु जी के प्यार च जुड़े हाँ। सतगुरु जी के प्यार जुड़न का अर्थ की, उन्होंने पुरब मनाउण का अर्थ की है कि आप उन्होंने दर्शाए मार्ग पर चलीए।
ਅਸੀਂ ਓਡੀਆਂ ਵੱਡੀਆਂ ਸ਼ਹਾਦਤਾਂ ਤੇ ਨਹੀਂ ਕਰ ਸਕਦੇ, ਪਰ ਆਪਾਂ ਇੱਕ ਤੇ ਕੰਮ ਕਰ ਸਕਦੇ ਹਾਂ। ਜੇ ਸਤਿਗੁਰੂ ਜੀ ਨੇ ਗੁਰਬਾਣੀ ਦੀ ਅਖੰਡਤਾ ਦੇ ਲਈ, ਜੇ ਸਤਿਗੁਰੂ ਜੀ ਨੇ ਗੁਰੂ ਨਾਨਕ ਨਿਰਮਲ ਪੰਥ ਦੇ ਝੰਡੇ ਨੂੰ ਬੁਲੰਦ ਕਰਨ ਦੇ ਲਈ ਸ਼ਹਾਦਤਾਂ ਦਿੱਤੀਆਂ, ਆਪਣੇ ਪ੍ਰਵਾਨ ਕੁਰਬਾਨ ਕਰ ਦਿੱਤੇ, ਆਪਾਂ ਉਸ ਸਤਿਗੁਰੂ ਜੀ ਦੇ ਮਾਰਗ 'ਤੇ ਚੱਲ ਕੇ ਖੁਦਗਰਜ਼ੀਆਂ ਨਹੀਂ ਤਿਆਗ ਸਕਦੇ, ਧੜੇਬੰਦੀਆਂ ਨਹੀਂ ਛੱਡ ਸਕਦੇ, ਪਾਰਟੀ ਬਾਜ਼ੀਆਂ ਤੋਂ ਉੱਚੇ ਨਹੀਂ ਉੱਠ ਸਕਦੇ। ਸਾਡੀ ਅੱਜ ਕੌਮ ਹੀ ਖੇਰੂ-ਖਰੀ ਹੋਈ ਪਈ, ਗੁਰਪੁਰਬਾਂ ਨੂੰ ਮਨਾਉਣ ਦੇ ਨਾਂ 'ਤੇ ਵੱਖਰੇ, ਅਸੀਂ ਗੁਰੂ ਦੇ ਨਾਂ 'ਤੇ ਵੱਖਰੇ, ਅਸੀਂ ਹਰ ਨਾਂ 'ਤੇ ਵੱਖਰੇ ਹੋ ਗਏ। ਇਹਦਾ ਮਤਲਬ ਕਿ ਅਸੀਂ ਇੰਨੇ ਕੁ ਖੁਦਗਰਜ਼ ਹੋ ਗਏ ਹਾਂ ਕਿ ਅਸੀਂ ਆਪਣੇ ਸਤਿਗੁਰਾਂ ਦੇ ਪਰਉਪਕਾਰ ਹੀ ਭੁੱਲ ਗਏ ਹਾਂ। ਸਤਿਗੁਰੂ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹ ਹੈ ਕਿ ਜਿਵੇਂ ਸਤਿਗੁਰੂ ਜੀ ਨੇ ਮਨੁੱਖਤਾ ਦੀ ਖਾਤਰ ਆਪਣੀ ਜ਼ਿੰਦਗੀ ਲੇਖੇ ਲਗਾ ਦਿੱਤੀ, ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਉਸ ਝੰਡੇ ਨੂੰ ਬੁਲੰਦ ਕਰਨ ਦੇ ਲਈ ਖੁਦਗਰਜ਼ੀਆਂ ਨੂੰ ਤਿਆਗ ਕੇ ਆਪਸੀ ਏਕਤਾ ਦੀ ਗੱਲ ਕਰੀਏ, ਆਪਸੀ ਪਿਆਰ ਦੀ ਗੱਲ ਕਰੀਏ। ਗੁਰਬਾਣੀ ਨੇ ਤੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ ਦੀ ਗੱਲ ਕੀਤੀ ਸੀ, ਪਰ ਸਭੀ ਮਨੁੱਖ ਜਾਤੀ ਨੂੰ ਇੱਕ ਪਹਿਚਾਨਣ ਤੋਂ ਪਹਿਲਾਂ ਸਿੱਖ ਨੂੰ ਤੇ ਪਛਾਣ ਲੈ ਕਿ ਸਿੱਖ ਦਾ ਸਿੱਖ ਨਾਲ ਕਿੰਨਾ ਪਿਆਰ ਹੈ। ਜੇ ਸਿੱਖ ਦਾ ਸਿੱਖ ਨਾਲ ਹੀ ਪਿਆਰ ਨਾ ਹੋਇਆ ਤੇ ਉਹਨੇ ਦੂਜਿਆਂ ਨਾਲ ਪਿਆਰ ਕੀ ਕਰਨਾ। ਜੇ ਸਿੱਖ ਆਪਸ ਵਿੱਚ ਹੀ ਪਿਆਰ ਦੇ ਨਾਲ ਨਹਿਰਾ ਨਾ ਰਹਿ ਸਕਿਆ ਤੇ ਉਹ ਦੂਜਿਆਂ ਨੂੰ ਪਿਆਰ ਕੀ ਦੇਵੇਗਾ। ਇਹ ਫਿਰ ਅਡੰਬਰ ਬਣ ਕੇ ਰਹਿ ਜਾਣਗੀਆਂ ਇਹ ਸਾਰੀਆਂ ਗੱਲਾਂ ਕਿ ਸਿੱਖ ਇਹ ਗੱਲ ਬਿਲਕੁਲ ਦਿਖਾਵੇ ਲਈ ਕਰ ਰਿਹਾ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ। ਆਓ ਆਪਣੇ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਦੇ ਹਾਂ, ਆਪਸੀ ਏਕਤਾ, ਆਪਸੀ ਭਾਈਚਾਰਕ ਸਾਂਝ ਨੂੰ ਆਪਾਂ ਮਜ਼ਬੂਤ ਕਰੀਏ। ਇਹ ਧੜੇਬੰਦੀਆਂ, ਇਹ ਪਾਰਟੀ ਬਾਜ਼ੀਆਂ, ਇਹ ਖੁਦਗਰਜ਼ੀਆਂ ਜਿਹੜੀਆਂ ਸਾਡੇ 'ਚ ਰਾਜਨੀਤਿਕ ਲੋਕਾਂ ਨੇ ਪਾਈਆਂ, ਇਹਨਾਂ ਨੂੰ ਕੱਢ ਦਈਏ। ਆਪਾਂ ਇੱਕ ਗੁਰਸਿੱਖ ਹੋਣ ਦੇ ਨਾਤੇ ਮਿਲ ਕੇ ਚੱਲੀਏ। ਸੱਚ ਜਾਣਨਾ, ਕੋਈ ਵੀ ਫੌਜ, ਕੋਈ ਵੀ ਹੁਕੂਮਤ ਤੁਹਾਨੂੰ ਚੁਕਾ ਨਹੀਂ ਸਕਦੀ ਜੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਤੇ ਚੱਲਦਿਆਂ ਤੁਸੀਂ ਇੱਕ ਹੋ ਕੇ ਚੱਲੋਗੇ, ਇੱਕ ਦੇ ਪਿਆਰ ਵਿੱਚ ਜੁੜੋਗੇ। ਗੁਰੂ ਨਾਨਕ ਦਾ ਇਹ ਮਿਸ਼ਨ ਤਾਂ ਸਦਾ ਅਟਲ ਰਹਿਣਾ, ਪਰ ਅਸੀਂ ਇਸ ਦੇ ਵਿੱਚ ਕੀ ਰੋਲ ਅਦਾ ਕਰ ਰਹੇ ਹਾਂ ਇਹ ਤੇ ਇਤਿਹਾਸ ਹੀ ਦੱਸੇਗਾ ਆਉਣ ਵਾਲੇ ਸਮੇਂ 'ਚ। ਆਓ ਆਪਾਂ ਉਸ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਜੁੜੇ ਹਾਂ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ, ਜਿਨ੍ਹਾਂ ਨੇ ਗੁਰਬਾਣੀ ਦੀ ਅਖੰਡਤਾ ਦੀ ਖਾਤਰ ਏਡੀ ਵੱਡੀ ਸ਼ਹਾਦਤ ਦੇ ਦਿੱਤੀ ਹੈ। ਤੇ ਆਪਾਂ ਉਸ ਗੁਰਬਾਣੀ ਦੇ ਸਤਿਕਾਰ ਨੂੰ ਕਾਇਮ ਕਰਨ ਲਈ ਜੇ ਕੁਝ ਕਰ ਸਕੀਏ ਤੇ ਇਹ ਸਤਿਗੁਰੂ ਜੀ ਦੇ ਲਈ ਸੱਚੀ ਸ਼ਰਧਾਂਜਲੀ ਹੋਏਗੀ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀ। ਇੱਕ ਵਾਰ ਸਾਰੇ ਹੀ ਮਿਲ ਕੇ ਸਤਿਗੁਰੂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲੀਏ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਮਾਨਯੋਗ ਭਾਈ ਸਾਹਿਬ ਜੀ, ਭਾਈ ਓਂਕਾਰ ਸਿੰਘ ਜੀ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਹਜ਼ੂਰੀ ਕੀਰਤਨੀ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਏ ਨੇ। ਆਪ ਜੀ ਉਹਨਾਂ ਪਾਸੋਂ ਕੀਰਤਨ ਦਾ ਆਨੰਦ ਮਾਣੋ ਜੀ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ